ਸਤਿ ਸ਼੍ਰੀ ਅਕਾਲ ਸਟੂਡੈਂਟਸ। ਸਵਿਚ ਗੇਅਰ ਵਾਲਾ ਚੈਪਟਰ ਜਿਹੜਾ ਸੀਗਾ ਆਪਾਂ ਸਟੱਡੀ ਕਰਦੇ ਪਏ ਸੀ। ਸਵਿਚ ਗੇਅਰ ਵਾਲਾ ਚੈਪਟਰ ਜਿਹੜਾ ਕਾਫੀ ਵੱਡਾ ਚੈਪਟਰ ਆ। ਇਹਦੇ ਵਿੱਚ ਆਪਾਂ ਕਾਫੀ ਜਿਹੜੀਆਂ ਚੀਜ਼ਾਂ ਸੀਗੀਆਂ ਉਹਨਾਂ ਨੂੰ ਆਪਾਂ ਸਟੱਡੀ ਕਰ ਵੀ ਲਿਆ ਸੀਗਾ ਅਤੇ ਕਾਫੀ ਚੀਜ਼ਾਂ ਸਟੱਡੀ ਕਰਨ ਵਾਲੀਆਂ ਪਈਆਂ ਵੀ ਇਹ ਨੇ ਆਪਣੀਆਂ। ਸੋ ਇਹਨਾਂ ਦੇ ਵਿੱਚ ਆਪਾਂ ਜਿਹੜੇ ਆਪਾਂ ਟੌਪਿਕ ਸਾਰੇ ਦੇਖ ਰਹੇ ਸਟੱਡੀ ਕਰ ਲਏ ਸੀ। ਸਰਕਟ ਬ੍ਰੇਕਰ ਰੇਟਿੰਗ ਕਲਾਸੀਫਿਕੇਸ਼ਨ ਆਪਾਂ ਕਰ ਰਹੇ ਸੀ, ਜਿਹਦੇ ਵਿੱਚ ਬਲਕ ਆਇਲ, ਮਿਨੀਮਮ ਆਇਲ ਅਤੇ ਏਅਰ ਬਲਾਸਟ ਸਰਕਟ ਬ੍ਰੇਕਰ ਜਿਹੜੇ ਸੀ ਆਪਾਂ ਸਟੱਡੀ ਕਰ ਲਏ ਸੀ। ਹਰ ਸਰਕਟ ਬ੍ਰੇਕਰ ਦੇ ਆਪਾਂ ਨੂੰ ਕੀ ਐਡਵਾਂਟੇਜਸ ਆ, ਕੀ ਡਿਸਐਡਵਾਂਟੇਜਸ ਆ, ਇਹਨੂੰ ਕਿਉਂ ਯੂਜ਼ ਕਰਦੇ ਆ, ਕਿੱਥੇ ਯੂਜ਼ ਕਰਦੇ ਆ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਆਪਾਂ ਸਟੱਡੀ ਜਿਹੜੀਆਂ ਸੀ ਕਰ ਲਈਆਂ ਸੀ। ਸੋ ਅੱਜ ਜਿਹੜਾ ਆਪਾਂ ਸਰਕਟ ਬ੍ਰੇਕਰ ਸਟੱਡੀ ਕਰਨਾ ਹੈ ਉਹਦਾ ਨਾਮ ਹੈ SF6 ਸਰਕਟ ਬ੍ਰੇਕਰ। ਸੋ ਬਲਕ ਆਇਲ ਸਰਕਟ ਬ੍ਰੇਕਰ ਦੇ ਡਿਸਐਡਵਾਂਟੇਜ ਵੀ ਆਪਾਂ ਦੇਖੇ ਸੀਗੇ ਕਿ ਕੀ ਹੁੰਦੇ ਸੀ। ਇਹ 'ਚ ਆਇਲ ਜ਼ਿਆਦਾ ਯੂਜ਼ ਹੁੰਦਾ ਸੀ, ਜਿਹਦੇ ਕਰਕੇ ਕੀ ਹੁੰਦਾ ਸੀ, ਇਨਫਲੇਮੇਬਲ ਹੁੰਦਾ ਸੀ ਇਹ, ਅਤੇ ਆਪਣਾ ਅੱਗ ਲੱਗਣ ਦਾ ਖਤਰਾ ਜ਼ਿਆਦਾ ਸੀ ਅਤੇ ਮੇਨਟੇਨੈਂਸ ਜ਼ਿਆਦਾ ਲੋੜ ਪੈਂਦੀ ਸੀ। ਉਸ ਤੋਂ ਬਾਅਦ 'ਚ ਆਪਾਂ ਇੰਟਰੋਡਿਊਸ ਕੀਤਾ ਮਿਨੀਮਮ ਆਇਲ, ਬਿਕੋਜ਼ ਅੱਗ ਖਤਮ ਕਰਨ ਵਾਸਤੇ ਘੱਟ ਆਇਲ ਦੀ ਹੀ ਯੂਜ਼ ਹੁੰਦੀ ਸੀਗੀ, ਇਸ ਕਰਕੇ ਆਪਾਂ ਘੱਟ ਆਇਲ ਯੂਜ਼ ਕਰ ਲਿਆ ਉੱਥੇ। ਸੋ ਇੰਸੂਲੇਸ਼ਨ ਵਾਸਤੇ ਸੋਲਿਡ ਮਟੀਰੀਅਲ ਅਤੇ ਆਰਕ ਨੂੰ ਖਤਮ ਕਰਨ ਵਾਸਤੇ ਆਇਲ ਯੂਜ਼ ਕਰ ਲਿਆ ਆਪਾਂ। ਬਟ ਇੱਥੇ ਵੀ ਆਰਕ ਜਿਹੜਾ ਸੀਗਾ ਉਹ ਤਾਂ ਫਿਰ ਆਪਣੇ ਕੋਲ ਉੱਦਾਂ ਹੀ ਰਹਿ ਗਈ। ਆਰਕ ਉੱਥੇ ਜਿਹੜੀ ਆ ਪ੍ਰੋਡਿਊਸ ਹੋਣੀ ਹੀ ਆ ਅਤੇ ਅੱਗ ਲੱਗਣ ਦਾ ਖਤਰਾ ਵੀ ਉੱਥੇ ਰਹਿਣਾ ਹੀ ਆ। ਕਿਉਂਕਿ ਉੱਥੇ ਕੀ ਆ, ਆਪਣੇ ਕੋਲ ਹਜੇ ਵੀ ਜਿਹੜਾ ਆ ਆਪਣੇ ਕੋਲ ਆਇਲ ਪ੍ਰੈਜੈਂਟ ਆ। ਠੀਕ ਆ। ਸੋ ਆਇਲ ਜਿਹੜਾ ਹੁੰਦਾ ਉਹ ਕਾਰਬਨਾਈਜ਼ ਵੀ ਹੋ ਜਾਂਦਾ। ਕਾਰਬਨਾਈਜ਼ ਹੋਣ ਕਰਕੇ ਕੀ ਹੁੰਦਾ, ਜਿਹੜੀ ਆਇਲ ਦੀ ਡਾਇਲੈਕਟ੍ਰਿਕ ਸਟਰੈਂਥ ਹੁੰਦੀ ਆ ਉਹ ਵੀ ਕੀ ਹੁੰਦੀ ਆ, ਖਰਾਬ ਹੋ ਜਾਂਦੀ ਆ। ਉਸ ਤੋਂ ਬਾਅਦ 'ਚ ਏਅਰ ਬਲਾਸਟ ਸਰਕਟ ਬ੍ਰੇਕਰ ਆਪਾਂ ਇੰਟਰੋਡਿਊਸ ਕੀਤਾ, ਜਿਹਦੇ ਵਿੱਚ ਬਲਕ ਆਇਲ ਅਤੇ ਮਿਨੀਮਮ ਆਇਲ ਸਰਕਟ ਬ੍ਰੇਕਰ ਦੀਆਂ ਜਿਹੜੀਆਂ ਡਿਸਐਡਵਾਂਟੇਜਸ ਸੀਗੀਆਂ ਆਪਣੇ ਕੋਲ, ਉਹਨੂੰ ਕੀ ਕੀਤਾ, ਆਪਾਂ ਖਤਮ ਕਰ ਦਿੱਤਾ। ਬਟ ਏਅਰ ਬਲਾਸਟ ਸਰਕਟ ਬ੍ਰੇਕਰ ਦੀਆਂ ਵੀ ਹੁਣ ਆਪਣੀਆਂ ਡਿਸਐਡਵਾਂਟੇਜਸ ਨੇ। ਉਹ ਕੀ ਆ, ਲਾਈਕ ਇਹਦੇ ਵਿੱਚ ਆਪਾਂ ਨੂੰ ਇੱਕ ਅਲੱਗ ਤੋਂ ਕੰਪਰੈਸ਼ਰ ਜਿਹੜਾ ਪਲਾਂਟ ਆ ਨਾ ਉਹ ਰਿਕੁਆਇਰ ਹੁੰਦਾ, ਬਿਕੋਜ਼ ਏਅਰ ਜਿਹੜੀ ਹੁੰਦੀ ਉਹਨੂੰ ਆਪਾਂ ਕੰਪਰੈਸ ਕਰਨਾ ਹੁੰਦਾ। ਸੋ ਅਲੱਗ ਤੋਂ ਕੰਪਰੈਸ਼ਰ ਜਿਹੜਾ ਪਲਾਂਟ ਆ ਰਿਕੁਆਇਰ ਆ। ਦੈਨ ਇਹਦੇ ਵਿੱਚ ਰੀਸਟਰਾਈਕ ਹੋਣ ਦਾ ਖਤਰਾ ਜ਼ਿਆਦਾ। ਦੈਨ ਜਿਹੜਾ ਏਅਰ ਹੁੰਦੀ ਆ ਉਹਦੀ ਜਿਹੜੀ ਡਾਇਲੈਕਟ੍ਰਿਕ ਸਟਰੈਂਥ ਹੁੰਦੀ ਹੈ ਐਜ਼ ਕੰਪੇਅਰ ਟੂ ਆਇਲ, ਉਹ ਇੰਨੀ ਅੱਛੀ ਨਹੀਂ ਹੁੰਦੀ। ਸੋ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਇਸ ਤੋਂ ਬਾਅਦ ਜਿਹੜਾ ਆਪਣੇ ਕੋਲ ਸਰਕਟ ਬ੍ਰੇਕਰ ਆਇਆ ਉਹ ਸੀ SF6 ਸਰਕਟ ਬ੍ਰੇਕਰ। ਸੋ SF6 ਜਿਹੜੀ ਆ ਇਹ ਗੈਸ ਹੁੰਦੀ ਹੈ ਜਿਹਦੀ ਫੁੱਲ ਫਾਰਮ ਹੁੰਦੀ ਸਲਫਰ ਹੈਕਸਾ ਫਲੋਰਾਈਡ। ਯਾਦ ਰੱਖਿਓ, ਸਲਫਰ ਹੈਕਸਾ ਫਲੋਰਾਈਡ ਜਾਂ ਫਿਰ SF6 ਸਰਕਟ ਬ੍ਰੇਕਰ ਆਪਾਂ ਇਹਨੂੰ ਕਹਿ ਦਿੰਦੇ ਹਾਂ। ਸੋ ਇਹ ਜਿਹੜਾ ਸਰਕਟ ਬ੍ਰੇਕਰ ਆ ਐਜ਼ ਪਰ ਹਿਸ ਨੇਮ SF6 ਗੈਸ ਜਿਹੜੀ ਹੈ ਸਰਕਟ ਬ੍ਰੇਕਰ 'ਚ ਆਪਾਂ ਯੂਜ਼ ਕਰਾਂਗੇ ਆਰਕ ਕੁਇੰਚਿੰਗ ਮੀਡੀਅਮ ਦੀ ਤਰ੍ਹਾਂ। ਸੋ ਇਹ ਸਰਕਟ ਜਿਹੜੀ ਆਰਕ ਆਪਾਂ ਖ਼ਤਮ ਕਰਨੀ ਆ ਉਹ SF6 ਸਰਕਟ ਬ੍ਰੇਕਰ ਨੂੰ ਆਪਾਂ ਯੂਜ਼ ਕਰਕੇ ਖ਼ਤਮ ਕਰਾਂਗੇ। ਬਹੁਤ ਹੀ ਸਿੰਪਲ ਵਰਕਿੰਗ ਆ, ਬਹੁਤ ਸਿੰਪਲ ਆਪਰੇਸ਼ਨ ਆ। ਬਟ ਉਸ ਤੋਂ ਪਹਿਲਾਂ ਕੀ ਆ, ਆਪਾਂ SF6 ਗੈਸ ਕਿਉਂ ਯੂਜ਼ ਕੀਤੀ ਆ ਉਹਦੇ ਬਾਰੇ ਆਪਾਂ ਸਟੱਡੀ ਕਰਨਾ ਕਿ ਵਜ੍ਹਾ ਕੀ ਆ ਏਅਰ ਦੀ ਜਗ੍ਹਾ SF6 ਗੈਸ ਨੂੰ ਯੂਜ਼ ਕਰਨ ਦੀ ਵੀ, ਕਿਉਂਕਿ ਇਹ ਹੈ ਤਾਂ ਉਹਦੇ ਵਿੱਚ ਵੀ ਆਪਾਂ ਏਅਰ ਦਾ ਬਲਾਸਟ ਕਰਾਉਂਦੇ ਸੀ, ਇਹਦੇ ਵਿੱਚ ਆਪਾਂ SF6 ਦਾ ਕਰਵਾ ਰਹੇ ਹਾਂ। ਬਟ SF6 ਦਾ ਕਿਉਂ ਬਲਾਸਟ ਕਰਵਾ ਰਹੇ ਇਹ ਵੀ ਚੀਜ਼ ਆਪਾਂ ਨੂੰ ਪਤਾ ਹੋਣੀ ਚਾਹੀਦੀ ਆ। ਸੋ SF6 ਜਿਹੜਾ ਹੁੰਦਾ ਇਹਦੀਆਂ ਬਹੁਤ ਵਧੀਆ ਇੰਸੂਲੇਟਿੰਗ ਪ੍ਰੋਪਰਟੀਜ਼ ਹੁੰਦੀਆਂ। ਸੋ ਕੁਛ ਇਹਦੀਆਂ ਮੇਨ ਜਿਹੜੀਆਂ ਹਾਈਲਾਈਟਸ ਜਾਂ ਪ੍ਰੋਪਰਟੀਜ਼ ਨੇ ਉਹ ਆਪਾਂ ਦੇਖਣੀਆਂ ਪੁਆਇੰਟ ਬਾਏ ਪੁਆਇੰਟ। ਸਭ ਤੋਂ ਪਹਿਲਾ ਪੁਆਇੰਟ ਕੀ ਆ ਕਿ ਜਿਹੜਾ ਮੇਰਾ SF6 ਹੁੰਦੀ ਹੈ ਗੈਸ ਹੁੰਦੀ ਆ, ਇਹਦੀ ਜਿਹੜੀ ਡਾਇਲੈਕਟ੍ਰਿਕ ਸਟਰੈਂਥ ਹੁੰਦੀ ਆ ਉਹ 2.5 ਗੁਣਾ ਜ਼ਿਆਦਾ ਹੁੰਦੀ ਆ ਏਅਰ ਤੋਂ, ਅਤੇ ਆਲਮੋਸਟ ਇਕੁਅਲ ਹੁੰਦੀ ਆ ਟਰਾਂਸਫਾਰਮਰ ਆਇਲ ਦੇ। ਡਾਇਲੈਕਟ੍ਰਿਕ ਸਟਰੈਂਥ ਮੀਨਸ ਕਿ ਏਅਰ ਦੀ ਜੇ ਆਪਾਂ ਗੱਲ ਕਰੀਏ, ਏਅਰ ਦੀ ਡਾਇਲੈਕਟ੍ਰਿਕ ਸਟਰੈਂਥ ਹੁੰਦੀ ਆ 3.2 kV/mm ਜਾਂ 32 kV/cm। ਠੀਕ ਆ। ਸੋ ਉਹ ਤੋਂ ਵੀ 2.5 ਗੁਣਾ ਵੱਧ ਜਿਹੜੀ ਹੁੰਦੀ ਹੈ ਨਾ ਇਹ ਗੈਸ ਦੀ ਡਾਇਲੈਕਟ੍ਰਿਕ ਸਟਰੈਂਥ ਹੁੰਦੀ ਹੈ। ਯਾਨੀ ਕਿ ਮੰਨ ਲਓ 4 mm ਦਾ ਗੈਪ ਆ ਤਾਂ ਉੱਥੇ ਮੈਂ ਕੀ ਆ, ਜੇ ਵੋਲਟੇਜ ਅਪਲਾਈ ਕਰਾਂ 2, ਜੇ ਉਹਨਾਂ ਦੇ ਵਿੱਚ ਏਅਰ ਆ ਮੀਡੀਅਮ ਤਾਂ ਉਹ ਜਿਹੜੀ ਹੈ ਮੰਨ ਲਓ X kV 'ਤੇ ਜਾ ਕੇ ਕੀ ਆ ਉਹਦੇ ਵਿੱਚ ਆਰਕ ਪ੍ਰੋਡਿਊਸ ਹੁੰਦੀ ਆ। ਤਾਂ ਜਿਹੜਾ SF6 ਹੋਊਗੀ ਜੇ ਉਸ ਮੀਡੀਅਮ ਦੇ ਵਿੱਚ ਤਾਂ ਉੱਥੇ ਕੀ 2.5 ਗੁਣਾ ਵੱਧ, ਯਾਨੀ ਕਿ 2.5x ਟਾਈਮਸ ਜਿਹੜਾ ਹੈ ਨਾ ਆਪਣਾ ਜਿਹੜਾ ਹੋਊਗਾ ਉਹਦੀ ਡਾਇਲੈਕਟ੍ਰਿਕ ਸਟਰੈਂਥ ਹੋਊਗੀ, ਅਤੇ ਆਲਮੋਸਟ ਇਕੁਅਲ ਹੁੰਦੀ ਆ ਟਰਾਂਸਫਾਰਮਰ ਆਇਲ ਦੇ। ਠੀਕ ਆ। ਸੋ ਡਾਇਲੈਕਟ੍ਰਿਕ ਸਟਰੈਂਥ ਜਿਹੜੀ ਆਪਾਂ ਸਟੱਡੀ ਵੀ ਕੀਤੀ ਸੀ EEM ਦੇ ਵਿੱਚ ਵੀ ਆਪਾਂ ਸਟੱਡੀ ਕੀਤੀ ਸੀ ਕੀ ਚੀਜ਼ ਹੁੰਦੀ ਆ। ਨੈਕਸਟ ਜਿਹੜਾ ਪੁਆਇੰਟ ਆ, ਇਟ ਇਜ਼ ਇਨਰਟ ਐਂਡ ਥਰਮਲੀ ਸਟੇਬਲ। ਸੋ ਇਨਰਟ ਮਤਲਬ ਕਿ ਕਿਸੇ ਹੋਰ ਗੈਸ ਦੇ ਨਾਲ ਇਹਦਾ ਮਿਕਸਚਰ ਨਹੀਂ ਹੁੰਦਾ, ਅਤੇ ਥਰਮਲੀ ਸਟੇਬਲ ਹੁੰਦੀ ਹੈ, ਇਹ ਗਰਮ ਨਹੀਂ ਹੁੰਦੀ ਜਾਂ ਹੀਟ ਦਾ ਇਹਦੇ ਉੱਪਰ ਕੋਈ ਇੰਨਾ ਜ਼ਿਆਦਾ ਇਫੈਕਟ ਗੈਸ ਦੇ ਉੱਪਰ ਨਹੀਂ ਹੁੰਦਾ। ਸੋ ਇਹ ਜਿਹੜਾ ਪੁਆਇੰਟਸ ਆ ਨਾ ਇਹ ਇੰਪੋਰਟੈਂਟ ਪੁਆਇੰਟ ਆ, ਤੁਹਾਨੂੰ ਐਗਜ਼ਾਮ ਦੇ ਵਿੱਚ ਵੀ ਇਹ ਪੁਆਇੰਟਸ ਪੁੱਛ ਸਕਦੇ ਆ ਵੀ SF6 ਗੈਸ ਜਿਹੜੀ ਹੈ ਇਹਨੂੰ ਯੂਜ਼ ਕਰਨ ਦੇ ਕੀ ਰੀਜ਼ਨਸ ਆ, ਜਾਂ SF6 ਗੈਸ ਦੀਆਂ ਪ੍ਰੋਪਰਟੀਜ਼ ਦੱਸੋ। ਸੋ ਜਦੋਂ ਪ੍ਰੋਪਰਟੀਜ਼ ਪੁੱਛ ਲਈਆਂ ਜਾਂ SF6 ਗੈਸ ਨੂੰ ਯੂਜ਼ ਕਰਨ ਦੀ ਵਜ੍ਹਾ ਪੁੱਛ ਲਈ ਉਹਨਾਂ ਨੇ, ਰੀਜ਼ਨਸ ਪੁੱਛ ਲਏ, ਸੋ ਉੱਥੇ ਸਾਰੇ ਤੁਹਾਡੇ ਜਿਹੜੇ ਆ ਪੁਆਇੰਟ ਇਨਕਲੂਡ ਹੋਣੇ ਆ, ਇਸ ਕਰਕੇ ਇੰਪੋਰਟੈਂਟ ਆ ਇਹ। ਥਰਡ ਪੁਆਇੰਟ ਮੇਰੇ ਕੋਲ ਆਉਂਦਾ, ਇਟ ਰਿਮੇਨਸ ਇਨ ਗੈਸੀਅਸ ਸਟੇਟ ਅਬਵ 9 ਡਿਗਰੀ ਸੈਲਸੀਅਸ। ਯਾਨੀ ਕਿ 9 ਡਿਗਰੀ ਸੈਲਸੀਅਸ ਤੋਂ ਉੱਪਰ ਕੀ ਹੈ ਗੈਸ ਸਟੇਟ ਦੇ ਵਿੱਚ ਰਹਿੰਦੀ ਹੈ, ਯਾਨੀ ਕਿ 9 ਡਿਗਰੀ ਤੋਂ ਥੱਲੇ ਕੀ ਹੈ ਇਹ ਲਿਕੁਇਡ ਸਟੇਟ ਦੇ ਵਿੱਚ ਰਹਿੰਦੀ ਹੈ। ਸੋ ਲਿਕੁਇਡ ਸਟੇਟ ਦੇ ਵਿੱਚ ਰਹਿਣ ਦੇ ਕਰਕੇ ਹੀ ਕੀ ਆ ਆਪਾਂ ਇਹਨੂੰ ਈਜ਼ੀਲੀ ਟਰਾਂਸਪੋਰਟ ਕਰ ਸਕਦੇ ਹਾਂ।
ਸੋ 9 ਡਿਗਰੀ ਤੋਂ ਜਦੋਂ ਉੱਪਰ ਟੈਂਪਰੇਚਰ ਹੋ ਗਿਆ ਤਾਂ ਕੀ ਹੋਊਗਾ, ਇਹਨੂੰ ਕੀ ਆ ਇਹ ਗੈਸ ਦੇ ਵਿੱਚ ਕਨਵਰਟ ਹੋ ਜੂਗੀ। ਅਤੇ ਆਪਾਂ ਕੀ ਕਰਦੇ ਹਾਂ, ਜਦੋਂ ਇਹਨੂੰ ਟਰਾਂਸਪੋਰਟ ਕਰਨਾ ਹੁੰਦਾ ਨਾ, ਇਹਨੂੰ ਲਿਕੁਇਡ ਫਾਰਮ ਦੇ ਵਿੱਚ ਕਰਦੇ ਹਾਂ, ਯਾਨੀ ਕਿ ਇੱਕ ਸਪੈਸ਼ਲ ਆਪਾਂ ਕੰਟੇਨਰ ਹੁੰਦੇ ਜਿਨ੍ਹਾਂ ਦਾ ਟੈਂਪਰੇਚਰ 9 ਡਿਗਰੀ ਸੈਲਸੀਅਸ ਤੋਂ ਘੱਟ ਹੁੰਦਾ, ਉੱਥੇ ਇਸ ਗੈਸ ਨੂੰ ਰੱਖਦੇ ਹਾਂ, ਜਿਹਦੇ ਕਰਕੇ ਕੀ ਆ ਇੱਕੋ ਟਾਈਮ 'ਤੇ ਆਪਾਂ ਬਹੁਤ ਸਾਰੀ ਗੈਸ ਜਿਹੜੀ ਆ ਉਹਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਟਰਾਂਸਪੋਰਟ ਕਰ ਸਕਦੇ ਹਾਂ। ਦੈਨ SF6 ਗੈਸ ਦੀ ਜਿਹੜੀ ਡੈਂਸਿਟੀ ਹੁੰਦੀ ਆ ਏਅਰ ਤੋਂ 5 ਗੁਣਾ ਜ਼ਿਆਦਾ ਹੁੰਦੀ ਆ, ਜਿਹਦੇ ਕਰਕੇ ਮੰਨ ਲਓ ਕਿਤੇ ਇਹਦੀ ਜੇ ਲੀਕੇਜ ਆਉਂਦੀ ਆ ਤਾਂ ਆਪਾਂ ਨੂੰ ਪਤਾ ਲੱਗ ਜਾਂਦਾ। ਕਿਉਂ ਪਤਾ ਲੱਗ ਜਾਂਦਾ, ਕਿਉਂਕਿ ਦੇਖੋ ਇਹਦੀ ਡੈਂਸਿਟੀ ਜਿਹੜੀ ਆ ਏਅਰ ਤੋਂ 5 ਟਾਈਮਸ ਜ਼ਿਆਦਾ ਹੈ, ਯਾਨੀ ਕਿ ਏਅਰ ਤੋਂ ਵੱਧ ਸੰਘਣੀ ਹੋਊਗੀ, ਵੇਟ ਵੀ ਇਹਦਾ ਏਅਰ ਤੋਂ ਜ਼ਿਆਦਾ ਹੋਊਗਾ, ਜਿਹਦੇ ਕਰਕੇ ਜੇ ਕਿਤੇ ਇੱਥੇ ਲੀਕੇਜ ਆਉਂਦੀ ਆ ਤਾਂ ਇਹ ਜਿਹੜੀ ਗੈਸ ਆ ਇਹ ਆਪਣੇ ਬੇਸ ਦੇ ਉੱਪਰ ਰਹਿ ਜੂਗੀ, ਜਿਹਦੇ ਕਰਕੇ ਆਪਾਂ ਨੂੰ ਕੀ ਪਤਾ ਲੱਗ ਜੂਗਾ ਕਿ ਗੈਸ ਜਿਹੜੀ ਆ ਲੀਕ ਹੋ ਰਹੀ ਆ। ਅਤੇ ਇਹਦੀ ਜਿਹੜੀ ਹੀਟ ਕਨਵੈਕਸ਼ਨਬਿਲਿਟੀ ਹੁੰਦੀ ਉਹ ਵੀ 1.6 ਟਾਈਮ ਹੁੰਦੀ ਆ ਹਵਾ ਦੇ ਕੰਪੈਰੀਜ਼ਨ 'ਚ। ਨੈਕਸਟ 5th ਪੁਆਇੰਟ ਆ, ਇਟ ਇਜ਼ ਨੋਨ ਫਲੇਮੇਬਲ, ਨੋਨ ਪੋਇਜ਼ਨਸ ਐਂਡ ਅਡੋਰਲੈਸ ਗੈਸ, ਯਾਨੀ ਕਿ ਇਹ ਜਿਹੜੀ SF6 ਗੈਸ ਹੁੰਦੀ ਹੈ, ਇੱਕ ਤਾਂ ਇਹਨੂੰ ਅੱਗ ਨਹੀਂ ਲੱਗਦੀ, ਦੂਸਰਾ ਕੀ ਆ ਇਹ ਖਤਰਨਾਕ ਨਹੀਂ ਹੁੰਦੀ, ਪੋਇਜ਼ਨਸ ਨਹੀਂ ਹੁੰਦੀ, ਕਿਸੇ ਵੀ ਤਰ੍ਹਾਂ ਜ਼ਹਿਰੀਲੀ ਗੈਸ ਨਹੀਂ ਹੁੰਦੀ ਇਹ, ਅਤੇ ਅਡੋਰਲੈਸ, ਇਹਦੀ ਕੋਈ ਵੀ ਜਿਹੜੀ ਆ ਸਮੈਲ ਨਹੀਂ ਹੁੰਦੀ, SF6 ਗੈਸ ਦੀ ਕੋਈ ਵੀ ਸਮੈਲ ਨਹੀਂ ਹੁੰਦੀ। ਇਸ ਕਰਕੇ ਕੀ ਹੈ ਇਹਨੂੰ ਆਪਾਂ ਈਜ਼ੀਲੀ ਜਿਹੜਾ ਆ ਯੂਜ਼ ਕਰ ਸਕਦੇ ਹਾਂ, ਬਿਨਾਂ ਡਰੇ ਆਪਾਂ ਯੂਜ਼ ਕਰ ਸਕਦੇ ਹਾਂ, ਕਿਉਂਕਿ ਕੋਈ ਵੀ ਇਹ ਦੇਖੋ ਇਹਨੂੰ ਅੱਗ ਵੀ ਨਹੀਂ ਲੱਗਣ ਦਾ ਖਤਰਾ, ਨਾ ਇਹ ਜ਼ਹਿਰੀਲੀ ਗੈਸ ਆ, ਅਤੇ ਇਸੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਆ ਕੋਈ ਵੀ ਸਮੈਲ ਨਹੀਂ ਹੁੰਦੀ ਇਹਦੇ ਵਿੱਚ, ਜਿਹਦੇ ਕਰਕੇ ਕੀ ਹੈ ਇਹਨੂੰ ਯੂਜ਼ ਕਰਨ ਦਾ ਕੋਈ ਵੀ ਆਪਾਂ ਨੂੰ ਡਿਸਐਡਵਾਂਟੇਜ ਨਹੀਂ ਮਿਲਦਾ। ਨੈਕਸਟ, ਡਾਇਲੈਕਟ੍ਰਿਕ ਸਟਰੈਂਥ ਰਿਮੇਨਸ ਦਾ ਸੇਮ ਥਰੂ ਆਊਟ ਦਾ ਆਪਰੇਸ਼ਨ ਆਫ ਸਰਕਟ ਬ੍ਰੇਕਰ, ਯਾਨੀ ਕਿ ਜਿਹੜੇ ਸਰਕਟ ਬ੍ਰੇਕਰ ਆ ਜਦੋਂ ਆਪਾਂ ਯੂਜ਼ ਕਰਦੇ ਹਾਂ ਇਸ ਗੈਸ ਨੂੰ ਤਾਂ ਜਿਹੜੀ ਡਾਇਲੈਕਟ੍ਰਿਕ ਸਟਰੈਂਥ ਹੁੰਦੀ ਨਾ ਉਹ ਸੇਮ ਰਹਿੰਦੀ ਹੈ ਗੈਸ ਦੀ ਥਰੂ ਆਊਟ ਦਾ ਟਾਈਮ, ਯਾਨੀ ਕਿ ਇਹ ਗੈਸ ਜਿਹੜੀ ਹੈ ਇਹਨੂੰ ਆਪਾਂ ਰੀਯੂਜ਼ ਵੀ ਕਰ ਸਕਦੇ ਹਾਂ। ਜੇ ਇੱਕ ਵਾਰ ਯੂਜ਼ ਹੋ ਗਈ ਤਾਂ ਇਹਦੀ ਡਾਇਲੈਕਟ੍ਰਿਕ ਸਟਰੈਂਥ ਦੇ ਉੱਪਰ ਕੋਈ ਫਰਕ ਨਹੀਂ ਪਊਗਾ, ਡਾਇਲੈਕਟ੍ਰਿਕ ਸਟਰੈਂਥ ਇਹਦੀ ਉਨੀ ਹੀ ਰਹੂਗੀ, ਅਤੇ ਦੁਬਾਰਾ ਇਸੇ ਗੈਸ ਨੂੰ ਕੀ ਆ ਆਪਾਂ ਦੁਬਾਰਾ ਆਪਰੇਸ਼ਨ ਵਾਸਤੇ ਜਿਹੜਾ ਯੂਜ਼ ਕਰ ਸਕਦੇ ਹਾਂ। ਨੈਕਸਟ 7th, metallic fluoride formed during arc is good dielectric and doesn't harm the circuit breaker, ਮੀਨਸ ਕਿ ਜਦੋਂ ਇਹ ਜਿਹੜਾ ਆਪਣਾ ਕੰਟੈਕਟ ਹੁੰਦੇ ਆ ਇਹਨਾਂ 'ਤੇ ਆਰਕ ਪ੍ਰੋਡਿਊਸ ਹੁੰਦੀ ਆ, ਜੇ ਉਹਨਾਂ ਦੇ ਕੰਟੈਕਟ ਦੇ ਵਿੱਚ ਆਪਣੇ ਕੋਲ SF6 ਗੈਸ ਆ ਤਾਂ ਉੱਥੇ ਕੀ ਆ ਮੈਟੈਲਿਕ ਫਲੋਰਾਈਡ ਫਾਰਮ ਹੋ ਜਾਂਦੇ ਆ। ਸੋ ਜਿਹੜਾ ਮੈਟੈਲਿਕ ਫਲੋਰਾਈਡ ਵੀ ਬਣਦਾ ਆ ਉਸ ਗੈਸ ਦਾ ਉਹ ਵੀ ਕੀ ਹੁੰਦਾ ਇੱਕ ਗੁੱਡ ਡਾਇਲੈਕਟ੍ਰਿਕ ਹੁੰਦਾ, ਜਿਹਦੇ ਕਰਕੇ ਕੀ ਸਰਕਟ ਬ੍ਰੇਕਰ ਪੂਰੀ ਤਰ੍ਹਾਂ ਠੀਕ ਰਹਿੰਦਾ। ਨੈਕਸਟ ਕੀ ਆ, ਗੈਸ ਇਜ਼ ਕੈਮੀਕਲੀ ਸਟੇਬਲ ਅਪ ਟੂ 5 ਡਿਗਰੀ ਸੈਲਸੀਅਸ, ਯਾਨੀ ਕਿ ਕੈਮੀਕਲੀ ਸਟੇਬਲ ਆ, ਕੈਮੀਕਲ ਦਾ 500 ਡਿਗਰੀ ਸੈਲਸੀਅਸ ਤੱਕ ਕੀ ਆ ਕੋਈ ਵੀ ਇਹਦੇ ਉੱਪਰ ਕੀ ਆ ਮਾੜਾ ਪ੍ਰਭਾਵ ਨਹੀਂ ਆਪਾਂ ਨੂੰ ਦੇਖਣ ਨੂੰ ਮਿਲਦਾ SF6 ਗੈਸ 'ਤੇ 500 ਡਿਗਰੀ ਸੈਲਸੀਅਸ ਤੱਕ। ਸੋ ਇਹ ਆਪਣੇ ਕੋਲ ਪ੍ਰੋਪਰਟੀਜ਼ ਸੀਗੀਆਂ। ਕੰਸਟਰਕਸ਼ਨ ਦੀ ਜੇ ਆਪਾਂ ਗੱਲ ਕਰੀਏ ਬਹੁਤ ਹੀ ਬੇਸਿਕ ਅਤੇ ਬਹੁਤ ਹੀ ਸਿੰਪਲ ਕੰਸਟਰਕਸ਼ਨ ਆ ਇਹਦੀ। ਸੋ ਜਿਹੜਾ SF6 ਸਰਕਟ ਬ੍ਰੇਕਰ ਆ ਦੇਖੋ ਆਪਾਂ ਸ਼ੋਅ ਕੀਤਾ ਹੋਇਆ ਇੱਥੇ ਇਮੇਜ ਦੇ ਵਿੱਚ, ਇੱਕ A ਪਾਰਟ ਆ ਇਮੇਜ, ਇੱਕ ਆਪਣੇ ਕੋਲ ਕੀ ਹੈ ਇੱਥੇ B ਪਾਰਟ ਆ। ਸੋ ਜੇ ਮੈਂ A ਪਾਰਟ ਦੀ ਗੱਲ ਕਰਾਂ ਤਾਂ ਇਹਦੇ ਵਿੱਚ ਨੋਰਮਲ ਕੰਡੀਸ਼ਨ ਆ, ਜਿਹੜਾ B ਪਾਰਟ ਆ ਇਹ ਵਰਕਿੰਗ ਕੰਡੀਸ਼ਨ 'ਚ ਆ। ਇੱਕ ਚੀਜ਼ ਜਿਹੜੀ ਹੁੰਦੀ ਆ ਹਰ ਸਰਕਟ ਬ੍ਰੇਕਰ ਦੇ ਵਿੱਚ ਸੇਮ ਹੁੰਦੀ ਆ, ਤੁਹਾਨੂੰ ਮੈਂ ਦੱਸਿਆ ਸੀ ਕਿ ਉਹਦੇ ਵਿੱਚ ਇੱਕ ਮੂਵਿੰਗ ਕੰਟੈਕਟ ਹੋਊਗਾ ਅਤੇ ਇੱਕ ਕੀ ਹੋਊਗਾ ਫਿਕਸਡ ਕੰਟੈਕਟ ਹੋਊਗਾ। ਸੋ ਸਿਮਿਲਰਲੀ ਕੀ ਹੈ ਇਹਦੇ ਵਿੱਚ ਇੱਕ ਫਿਕਸਡ ਕੰਟੈਕਟ ਆ ਅਤੇ ਇੱਕ ਮੂਵਿੰਗ ਕੰਟੈਕਟ ਆ ਇਨਕਲੋਜ਼ਡ ਇਨ ਚੈਂਬਰ ਕਾਲਡ ਆਰਕ ਇੰਟਰਪਸ਼ਨ ਚੈਂਬਰ ਕੰਟੇਨਿੰਗ SF6। ਸੋ ਇਹਦੇ ਵਿੱਚ ਆ ਦੇਖੋ ਇੱਕ ਫਿਕਸਡ ਕੰਟੈਕਟ ਆ, ਇੱਕ ਕੀ ਆ ਮੂਵਿੰਗ ਕੰਟੈਕਟ ਆ। ਜਿਹੜਾ ਮੂਵਿੰਗ ਕੰਟੈਕਟ ਆ ਨਾ ਇਹ ਕੀ ਹੁੰਦਾ ਆ, ਇਹ ਅਟੈਚਡ ਹੁੰਦਾ ਮੇਰੇ ਕੋਲ ਮੂਵਿੰਗ ਸਿਲੰਡਰ ਦੇ ਨਾਲ, ਅਤੇ ਇੱਕ ਜਿਹੜਾ ਹੁੰਦਾ ਇਹਦੇ ਪਿੱਛੇ ਫਿਕਸਡ ਪਿਸਟਨ ਲੱਗਾ ਹੁੰਦਾ। ਫਿਕਸਡ ਪਿਸਟਨ ਅਤੇ ਕੰਟੈਕਟ ਦੋਨੋਂ ਅਲੱਗ ਚੀਜ਼ ਆ, ਕਨਫਿਊਜ਼ ਨਾ ਹੋਈਓ। ਜਿਹੜਾ ਮੇਰੇ ਕੋਲ ਸਕਾਈ ਬਲੂ ਕਲਰ ਦਾ ਤੁਹਾਨੂੰ ਦਿਖ ਰਿਹਾ ਨਾ ਇਹ ਹੈਗਾ ਮੂਵਿੰਗ ਸਿਲੰਡਰ, ਅਤੇ ਮੂਵਿੰਗ ਸਿਲੰਡਰ ਦੇ ਨਾਲ ਹੀ ਆਪਾਂ ਕੀ ਹੁੰਦਾ ਮੂਵਿੰਗ ਕੰਟੈਕਟ ਨੂੰ ਵੀ ਕੀ ਕੀਤਾ ਹੁੰਦਾ ਅਟੈਚ ਕੀਤਾ ਹੁੰਦਾ। ਇਹ ਸਾਰਾ ਆਪਣੀ ਆਪਸ 'ਚ ਜੁੜਿਆ ਹੁੰਦਾ, ਅਤੇ ਸਾਰੇ ਦਾ ਸਾਰਾ ਪਿਸਟਨ ਜਿਹੜਾ ਹੁੰਦਾ ਆ ਜਾਂ ਮੂਵਿੰਗ ਸਿਲੰਡਰ ਜਿਹੜਾ ਹੁੰਦਾ ਇਹ ਮੂਵਿੰਗ ਕੰਟੈਕਟ ਦੇ ਨਾਲ ਹੀ ਪਿੱਛੇ ਨੂੰ ਮੂਵ ਕਰਦਾ। ਜਿੱਦਾਂ ਦੇਖੋ ਆ ਡਾਇਗਰਾਮ ਆ ਨਾ, ਪਹਿਲਾਂ ਸਿਲੰਡਰ ਦੀ ਪੋਜੀਸ਼ਨ ਆਹ ਸੀਗੀ, ਹੁਣ ਸਿਲੰਡਰ ਕੀ ਹੋਇਆ ਆ ਦੇਖੋ, ਹੁਣ ਸਿਲੰਡਰ ਕੀ ਆ ਉਹਦੀ ਪੋਜੀਸ਼ਨ ਕੀ ਆ ਪਿੱਛੇ ਚਲੀ ਗਈ ਆ। ਸੋ ਇਹ ਪੂਰੇ ਦਾ ਪੂਰਾ ਜਿਹੜਾ ਹੁੰਦਾ ਇਹ ਪਿੱਛੇ ਨੂੰ ਮੂਵ ਹੁੰਦਾ। ਵੈਨ ਦਾ ਕੰਟੈਕਟ ਆਫ circuit breaker are opened, the valve mechanism permit a high pressure SF6 gas from the reservoir to flow towards the arc interruption chamber। ਜਦੋਂ ਵੀ ਆਪਣੇ ਜਿਹੜੇ ਸਰਕਟ ਬ੍ਰੇਕਰ ਦੇ ਕੰਟੈਕਟ ਇੱਕ ਦੂਜੇ ਤੋਂ ਅਲੱਗ ਹੁੰਦੇ ਆ ਤਾਂ ਇੱਥੇ ਕੀ ਹੁੰਦਾ ਜਦੋਂ ਇਹ ਮੂਵਿੰਗ ਜਦੋਂ ਵੀ ਅਲੱਗ ਹੁੰਦੇ ਆ ਉਸ ਟਾਈਮ 'ਤੇ ਮੂਵਿੰਗ ਕੰਟੈਕਟ ਦੇਖੋ ਪਿੱਛੇ ਨੂੰ ਆਉਂਦਾ, ਜਿਹਦੇ ਨਾਲ ਕੀ ਆ ਮੂਵਿੰਗ ਸਿਲੰਡਰ ਵੀ ਪਿੱਛੇ ਨੂੰ ਆ ਗਿਆ, ਜਿਹਦੇ ਕਰਕੇ ਕੀ ਆ ਜਿਹੜੀ ਗੈਸ ਹੁੰਦੀ ਆ ਇਹ ਕੰਪਰੈਸ ਹੋ ਜਾਂਦੀ ਆ, ਅਤੇ ਇਹ ਕੰਪਰੈਸ ਗੈਸ ਬਾਹਰ ਨਿਕਲਦੀ ਆ ਅਤੇ ਪਿੱਛੋਂ ਕੀ ਆ ਜਿਹੜਾ ਰੈਜ਼ਰਵਾਇਰ ਹੁੰਦਾ ਉੱਥੋਂ ਨਵੀਂ ਗੈਸ ਆ ਕੇ ਇਹਦੇ ਵਿੱਚ ਫਿਲਅਪ ਹੁੰਦੀ ਰਹਿੰਦੀ ਤਾਂ ਕਿ ਗੈਸ ਦੀ ਕਮੀ ਨਾ ਹੋਵੇ। The fixed contact is hollow cylinder current carrying contact fitted with an arc horn। ਸੋ ਆ ਜਿਹੜਾ ਹੁੰਦਾ ਮੇਰੇ ਕੋਲ ਹੋਲੋ ਸਿਲੰਡਰ ਦਾ ਹੁੰਦਾ ਬਣਿਆ ਫਿਕਸਡ ਕੰਟੈਕਟ, ਯਾਨੀ ਅੰਦਰੋਂ ਖਾਲੀ ਹੁੰਦਾ ਜਿਹੜਾ ਕੰਟੈਕਟ ਹੁੰਦਾ ਇਹ। ਨੈਕਸਟ ਮੇਰੇ ਕੋਲ SF6 ਗੈਸ to let out through these holes after flowing along across the arc।
ਸੋ ਦਾ ਮੂਵਿੰਗ ਸਿਲੰਡਰ ਇਜ਼ ਅ ਹੋਲੋ ਸਿਲੰਡਰ ਵਿਦ ਰੈਕਟੈਂਗਲ ਹੋਲਸ ਔਨ ਦਾ ਸਾਈਡ। ਸੋ ਇਹਦੇ ਵਿੱਚ ਕੀ ਆ, ਦੇਖੋ ਜਿਹੜਾ ਮੂਵਿੰਗ ਸਿਲੰਡਰ ਆਪਣੇ ਕੋਲ, ਆਹ ਮੂਵਿੰਗ ਸਿਲੰਡਰ ਆ ਮੇਰੇ ਕੋਲ, ਠੀਕ ਆ। ਇਹ ਜਿਹੜਾ ਮੂਵਿੰਗ ਸਿਲੰਡਰ ਹੁੰਦਾ ਇਹ ਵੀ ਅੰਦਰੋਂ ਖਾਲੀ ਹੁੰਦਾ ਇਹ, ਤੇ ਇਹਦੀ ਜਿਹੜੀ ਇੱਕ ਪੁਆਇੰਟ ਹੁੰਦਾ ਇੱਥੇ ਨੋਜ਼ਲਸ ਲੱਗੇ, ਇੱਥੇ ਕੀ ਹੁੰਦਾ ਆਪਣੇ ਕੋਲ ਜਗ੍ਹਾ ਇੱਕ ਛੱਡੀ ਹੁੰਦੀ ਆ, ਆਪਾਂ ਕਹਿ ਸਕਦੇ ਹਾਂ ਰੈਕਟੈਂਗਲ ਹੋਲ ਛੱਡੇ ਹੁੰਦੇ ਆ, ਜਿਹਨਾਂ ਦੇ ਵਿੱਚੋਂ ਕੀ ਹੁੰਦਾ SF6 ਗੈਸ ਜਿਹੜੀ ਹੁੰਦੀ ਆ, SF6 ਗੈਸ ਜਿਹੜੀ ਆ ਦੇਖੋ ਇੱਥੋਂ ਕੀ ਆ ਬਾਹਰ ਆ ਜਾਂਦੀ ਆ। ਬਾਕੀ ਇਹਦੇ ਵਿੱਚ ਨੋਜ਼ਲ ਵੀ ਹੁੰਦੀ ਆ, ਦੇਖੋ ਨੋਜ਼ਲ ਆਪਾਂ ਇਸ ਕਰਕੇ ਲਗਾਈ ਹੁੰਦੀ ਆ ਤਾਂ ਕਿ ਜਿਹੜੀ ਗੈਸ ਆ ਨਾ ਉਹਨੂੰ ਇੱਕ ਰਾਸਤਾ ਮਿਲ ਸਕੇ ਆਪਣੇ ਜਿਹੜੇ ਆਰਕ ਆ ਉੱਥੇ ਤੱਕ ਪਹੁੰਚਣ ਵਾਸਤੇ, ਕਿਉਂਕਿ ਜੇ ਨੋਜ਼ਲ ਨਾ ਹੋਊਗੀ ਤਾਂ ਕੀ ਆ ਜਿਹੜੀ ਇੱਥੋਂ ਗੈਸ ਆ ਉਹ ਸਿੱਧੀ ਵੀ ਜਾ ਸਕਦੀ ਹੈ। ਇਸ ਕਰਕੇ ਕੀ ਆ ਆਪਾਂ ਨੋਜ਼ਲ ਪ੍ਰੋਵਾਈਡ ਕੀਤੀ ਹੁੰਦੀ ਹੈ ਇੱਕ ਪਰਟੀਕੂਲਰ ਸ਼ੇਪ ਦੇ ਵਿੱਚ, ਸਿਲੰਡਰੀਕਲ ਜਾਂ ਰਾਊਂਡ ਸ਼ੇਪ ਦੇ ਵਿੱਚ, ਤਾਂ ਕਿ ਕੀ ਆ ਜਿਹੜੀ ਗੈਸ ਆ ਉਹਨੂੰ ਸਹੀ ਰਾਸਤਾ ਮਿਲ ਸਕੇ ਤੇ ਉਹ ਕੀ ਆ ਪੂਰਾ ਆਰਕ ਦੇ ਉੱਪਰ ਸਟ੍ਰਾਈਕ ਕਰੇ ਜਿਹੜੀ ਗੈਸ ਆ। ਇਸ ਕਰਕੇ ਆਪਾਂ ਨੋਜ਼ਲ ਜਿਹੜੀ ਹੁੰਦੀ ਉਹਨੂੰ ਯੂਜ਼ ਕਰਦੇ ਹਾਂ। The tip of fixed contact, moving contact and arcing horn coated with copper tungsten arc resistance material। ਯਾਨੀ ਕਿ ਜਿਹੜਾ ਆਪਣਾ ਮੂਵਿੰਗ ਕੰਟੈਕਟ ਹੁੰਦੇ ਆ ਇਹਦੇ ਜਿਹੜੇ ਟਿਪਸ ਹੁੰਦੀਆਂ ਜਾਂ ਆਰਕਿੰਗ ਹਾਰਨ ਜਿਹੜੇ ਹੁੰਦੇ ਆ ਉਹਨਾਂ ਦੇ ਟਿਪਸ ਜਿਹੜੀ ਹੁੰਦੀ ਆ, ਆਰਕਿੰਗ ਹਾਰਨ ਹੁੰਦੇ ਆ ਜਿਨ੍ਹਾਂ ਦੇ ਵਿੱਚੋਂ ਆਰਕ ਜਿਹੜੀ ਆ ਨਾ ਜ਼ਿਆਦਾ ਜਦੋਂ ਆਰਕ ਹੋਵੇ ਤਾਂ ਉਹਨਾਂ ਦੇ ਵਿੱਚ ਦੋਨਾਂ ਕੰਟੈਕਟਸ ਦੇ ਵਿੱਚ ਕੀ ਆਪਾਂ ਨੂੰ ਆਰਕ ਦਿਖਦੀ ਆ। ਸੋ ਆਰਕਿੰਗ ਹਾਰਨ ਹੁੰਦੇ ਆ, ਹਾਰਨ ਦੇ ਸ਼ੇਪ ਦੇ ਹੁੰਦੇ, ਇਸ ਕਰਕੇ ਇਹਨਾਂ ਨੂੰ ਆਰਕਿੰਗ ਹਾਰਨ ਕਹਿੰਦੇ। ਵੀ ਆਪਾਂ ਅੱਗੇ ਜਾ ਕੇ ਆਪਾਂ ਸਟੱਡੀ ਕਰਾਂਗੇ ਆਰਕਿੰਗ ਹਾਰਨ ਬਾਰੇ ਵੀ। ਸੋ ਇਹ ਜਿਹੜੇ ਟਿਪਸ ਹੁੰਦੀਆਂ ਇਹਨਾਂ ਦੀਆਂ ਇਹ ਕਿਹਦੀਆਂ ਬਣੀਆਂ ਹੁੰਦੀਆਂ, ਕਾਪਰ ਟੰਗਸਟਨ ਦੀਆਂ ਬਣੀਆਂ ਹੁੰਦੀਆਂ ਜਿਹੜੀਆਂ ਆਰਕ ਰੈਜ਼ਿਸਟੈਂਸ ਹੁੰਦੀਆਂ, ਯਾਨੀ ਕਿ ਆਰਕ ਦਾ ਜਾਂ ਜਿਹੜੀ ਉੱਥੇ ਸਪਾਰਕ ਪ੍ਰੋਡਿਊਸ ਹੋਈ ਆ ਉਹਦਾ ਕੋਈ ਵੀ ਇਫੈਕਟ ਨਹੀਂ ਪੈਂਦਾ ਕੰਟੈਕਟ ਦੇ ਉੱਪਰ। ਬਾਕੀ since SF6 gas is costly, it is reconditioned and reclaimed by suitably auxiliary system after each operation of the breaker। means ਕਿ ਇਹ ਜਿਹੜੀ ਇਹ ਆਪਣੀ ਗੈਸ ਹੁੰਦੀ ਆ ਇਹਨੂੰ ਕੀ ਹੈ ਕੋਸਟਲੀ ਤਾਂ ਹੁੰਦੀ ਆ, ਇਸੇ ਕਰਕੇ ਆਪਾਂ ਕੀ ਆ ਇਹਨੂੰ ਕੋਸ਼ਿਸ਼ ਕਰਦੇ ਹਾਂ ਵੀ ਰੀਯੂਜ਼ ਕਰੀਏ। ਬਟ ਇਹਦੀ ਪ੍ਰੋਪਰਟੀ ਵੀ ਹੁੰਦੀ ਹੈ ਕਿ ਜਦੋਂ ਇੱਕ ਵਾਰ ਆਪਰੇਸ਼ਨ ਹੋ ਜਾਵੇ ਨਾ, ਤੁਹਾਨੂੰ ਲਾਸਟ ਟਾਈਮ ਪ੍ਰੋਪਰਟੀ ਦੱਸੀ ਸੀ, ਇੱਕ ਵਾਰ ਜਦੋਂ ਆਪਾਂ ਆਪਰੇਟ ਕਰ ਲਿਆ ਇਹਨੂੰ ਤਾਂ ਦੂਸਰੀ ਵਾਰ ਆਪਾਂ ਇਹਨੂੰ ਫਿਰ ਦੁਬਾਰਾ ਈਜ਼ੀਲੀ ਆਪਾਂ ਕੀ ਹੈ ਇਹਨੂੰ ਆਪਰੇਟ ਕਰ ਸਕਦੇ ਹਾਂ, ਕਿਉਂਕਿ ਇਹਦੀ ਡਾਇਲੈਕਟ੍ਰਿਕ ਸਟਰੈਂਥ ਜਿਹੜੀ ਹੁੰਦੀ ਆ ਉਹਦੇ ਉੱਪਰ ਕੋਈ ਵੀ ਇਫੈਕਟ ਨਹੀਂ ਪੈਂਦਾ। ਜੇ ਆਪਾਂ ਨੂੰ ਇੱਕ ਵਾਰ ਯੂਜ਼ ਕਰ ਲਿਆ ਜਾਂ 2 ਵਾਰ ਯੂਜ਼ ਕਰ ਲਿਆ, ਇਹਦੀ ਡਾਇਲੈਕਟ੍ਰਿਕ ਸਟਰੈਂਥ 'ਤੇ ਕੋਈ ਇੰਨਾ ਜ਼ਿਆਦਾ ਇਫੈਕਟ ਨਹੀਂ ਪੈਂਦਾ। ਇਸ ਕਰਕੇ ਇਹ ਜਿਹੜੀ ਗੈਸ ਹੁੰਦੀ ਹੈ ਇਹਨੂੰ ਆਪਾਂ ਬਾਰ-ਬਾਰ ਕੀ ਆ ਯੂਜ਼ ਕਰ ਸਕਦੇ ਹਾਂ, ਹਰ ਆਪਰੇਸ਼ਨ ਤੋਂ ਬਾਅਦ ਆਪਾਂ ਇਹਨੂੰ ਦੁਬਾਰਾ ਯੂਜ਼ ਕਰ ਸਕਦੇ ਹਾਂ। ਬਾਕੀ ਨੋਜ਼ਲ ਦਾ ਤੁਹਾਨੂੰ ਮੈਂ ਦੱਸ ਹੀ ਦਿੱਤਾ ਕਿ ਇੱਕ ਸਮੂਥ ਜਿਹੜਾ ਹੈ ਨਾ ਰਾਸਤਾ ਪ੍ਰੋਵਾਈਡ ਕਰਾਉਣਾ, ਸਮੂਥ ਵੇ ਪ੍ਰੋਵਾਈਡ ਕਰਵਾਉਣਾ, ਜਿਹੜੀ ਗੈਸ ਨਿਕਲਣੀ ਹੈ ਇੱਥੋਂ ਜਿਹੜੇ ਆ ਹੋਲੋ ਸਿਲੰਡਰੀਕਲ ਆਪਾਂ ਕਿ ਹੋਲ ਜੇ ਕੀਤੇ ਹੋਏ ਇਹਦੇ ਵਿੱਚ ਇਹਨਾਂ ਵਿੱਚੋਂ ਨਿਕਲੇ, ਇਸ ਕਰਕੇ ਆਪਾਂ ਕੀ ਹੈ ਇਹਨੂੰ ਨੋਜ਼ਲ ਨੂੰ ਆਪਾਂ ਉੱਥੇ ਲਗਾਇਆ ਹੁੰਦਾ। ਨੈਕਸਟ ਮੇਰੇ ਕੋਲ ਆ ਜਾਂਦੀ ਹੈ ਵਰਕਿੰਗ। ਸੋ in the closed position of the breaker, the contact remains surrounded by SF6 gas at the pressure of about 2.8 kg per centimeter square। ਯਾਨੀ ਕਿ ਜਦੋਂ ਕੰਟੈਕਟ ਕਲੋਜ਼ ਹੁੰਦੇ ਆ ਉਸ ਟਾਈਮ ਜਿਹੜੇ ਕੰਟੈਕਟ ਆ ਇਹਨਾਂ ਦੇ ਆਲੇ ਦੁਆਲੇ ਜਿਹੜਾ ਗੈਸ ਦਾ ਪ੍ਰੈਸ਼ਰ ਹੋਊਗਾ ਉਹ ਕਿੰਨਾ ਹੋਊਗਾ 2.8 kg per centimeter square। ਜਦੋਂ ਬ੍ਰੇਕਰ ਆਪਰੇਟ ਕਰਦਾ ਹੈ ਜਿਹੜਾ ਮੂਵਿੰਗ ਕੰਟੈਕਟ ਹੁੰਦਾ ਉਹ ਕੀ ਹੁੰਦਾ ਅਲੱਗ ਹੁੰਦਾ। ਮੂਵਿੰਗ ਕੰਟੈਕਟ ਕੀ ਆ ਅਲੱਗ ਹੋਣਾ, ਮੂਵਿੰਗ ਕੰਟੈਕਟ ਅਲੱਗ ਹੋਇਆ ਤਾਂ ਇਹਦੇ ਨਾਲ ਹੀ ਕੀ ਆ ਪੂਰੇ ਦਾ ਪੂਰਾ ਦੇਖੋ ਮੂਵਿੰਗ ਸਿਲੰਡਰ ਵੀ ਅਟੈਚ ਆ, ਤਾਂ ਮੂਵਿੰਗ ਸਿਲੰਡਰ ਵੀ ਨਾਲ ਹੀ ਇਹਦੇ ਮੂਵ ਕਰਨਾ। ਅਤੇ ਜਦੋਂ ਇਹ ਮੂਵ ਹੋਇਆ ਉਸ ਟਾਈਮ 'ਤੇ ਕੀ ਹੋਣਾ, ਜਿਹੜੀ ਵਿੱਚ ਗੈਸ ਆ ਨਾ ਉਹਦਾ ਪ੍ਰੈਸ਼ਰ ਅਪਰੋਕਸੀਮੇਟਲੀ 14 kg per centimeter square ਦਾ ਪ੍ਰੈਸ਼ਰ ਜਿਹੜਾ ਆ ਉਹਦੇ ਵਿੱਚ ਹੋ ਜਾਣਾ। ਇਸ ਚੈਂਬਰ ਦੇ ਵਿੱਚ ਜਿਹੜੀ ਗੈਸ ਕੰਪਰੈਸ ਹੋਈ ਆ ਉਹਦਾ ਕੀ ਹੋਣਾ 14 kg per centimeter square ਦਾ ਪ੍ਰੈਸ਼ਰ ਜਿਹੜਾ ਉਹਦਾ ਬਣ ਜਾਣਾ। ਸੋ ਉਹਦੇ ਕਰਕੇ ਕੀ ਹੋਣਾ, ਜਿਹੜੇ ਆ ਹੋਲੋ ਗੈਪ ਆਪਾਂ ਛੱਡੇ ਹੋਏ ਆ ਮੂਵਿੰਗ ਸਿਲੰਡਰ ਦੇ ਵਿੱਚ, ਇੱਥੋਂ ਕੀ ਹੋਣਾ ਜਿਹੜੀ ਇਹ ਗੈਸ ਆ ਇੱਥੋਂ ਬਾਹਰ ਆ ਜਾਣੀ ਆ, ਠੀਕ ਆ। ਅਤੇ ਇੱਥੋਂ ਬਾਹਰ ਆ ਕੇ ਇਹਨੇ ਕੀ ਕਰਨਾ, ਜਿੰਨੇ ਵੀ ਆਪਣੇ ਫ੍ਰੀ ਇਲੈਕਟ੍ਰੋਨਸ ਹੈਗੇ ਆ ਉਹਨਾਂ ਨੂੰ ਕੀ ਕਰਨਾ, ਕਿਉਂਕਿ ਫ੍ਰੀ ਇਲੈਕਟ੍ਰੋਨਸ ਕਰਕੇ ਹੀ ਕਰੰਟ ਜਿਹੜਾ ਹੁੰਦਾ ਨਾ ਆਪਣਾ ਪ੍ਰੋਡਿਊਸ ਹੁੰਦਾ। ਸੋ ਫ੍ਰੀ ਇਲੈਕਟ੍ਰੋਨਸ ਜਿਹੜੇ ਫਲੋ ਕਰ ਰਹੇ ਆ ਜਾਂ ਜਿਹੜੇ ਆਪਣੇ ਆਇਓਨਾਈਜ਼ਡ ਪਾਰਟੀਕਲ 에ਅਰ ਦੇ ਵਿੱਚ, ਇਹਨੇ ਮਿੰਟ ਦੇ ਵਿੱਚ ਇਹਨੂੰ ਕੀ ਕਰਨਾ ਵੈਨਿਸ਼ ਕਰ ਦੇਣਾ, ਉਹਨੂੰ ਖਤਮ ਕਰ ਦੇਣਾ ਜਿਹੜੀ SF6 ਗੈਸ ਹੋਊਗੀ ਉਹਨੇ। ਸੋ ਜਦੋਂ ਆਪਣੇ ਕੋਈ ਉੱਥੇ ਆਇਓਨਾਈਜ਼ਡ ਪਾਰਟੀਕਲ ਬਚੇ ਹੀ ਨਹੀਂ ਜਾਂ ਆਪਣੇ ਕੋਲ ਫ੍ਰੀ ਇਲੈਕਟ੍ਰੋਨਸ ਬਚੇ ਹੀ ਨਹੀਂ 에ਅਰ ਦੇ ਵਿੱਚ, ਤਾਂ ਆਪਣੀ ਕੀ ਆ ਆਰਕ ਜਿਹੜੀ ਆ ਉਹ ਖਤਮ ਵੀ ਹੋ ਜਾਣੀ ਆ ਅਤੇ ਦੁਬਾਰਾ ਰੀਸਟਰਾਈਕ ਵੀ ਨਹੀਂ ਹੋਣੀ। So the result is that medium between contact quickly build up high electric strength and causes extinction of arc after the breaker operation। The valve is closed by the action of set of spring। ਸੋ ਜਦੋਂ ਵੀ ਇਹ ਯੂਜ਼ ਹੋ ਗਿਆ ਉਸ ਤੋਂ ਬਾਅਦ ਜਿਹੜਾ ਸਪਰਿੰਗ ਦਾ ਸੈੱਟ ਹੋਊਗਾ ਉਹਦੇ ਨਾਲ ਕੀ ਆ ਜਿਹੜਾ ਮੇਰੇ ਕੋਲ ਆਹ ਮੂਵਿੰਗ ਸਿਲੰਡਰ ਹੈ ਫਿਰ ਦੁਬਾਰਾ ਕੀ ਆ ਆਪਣੀ ਪੋਜੀਸ਼ਨ ਦੇ ਉੱਪਰ ਵਾਪਸ ਆ ਜਾਊਗਾ ਅਤੇ ਨੋਰਮਲੀ ਜਿਹੜੇ ਕੰਟੈਕਟ ਆ ਆਪਸ ਦੇ ਵਿੱਚ ਜੁੜ ਜਾਣਗੇ ਜਦੋਂ ਫਾਲਟ ਕਲੀਅਰ ਹੋ ਗਿਆ ਉਸ ਤੋਂ ਬਾਅਦ ਜਦੋਂ ਆਪਾਂ ਇਹਨੂੰ ਸਰਕਟ ਬ੍ਰੇਕਰ ਨੂੰ ਔਨ ਕਰਨਾ ਉਸ ਟਾਈਮ 'ਤੇ। ਸੋ ਇਹ ਹੁੰਦੀ ਹੈ ਇਹਦੀ ਸਰਕਟ ਬ੍ਰੇਕਰ ਦੀ ਵਰਕਿੰਗ, ਬਹੁਤ ਸਿੰਪਲ ਵਰਕਿੰਗ ਹੈ ਇਹਦੀ। ਨੈਕਸਟ ਆਪਾਂ ਦੇਖਦੇ ਹਾਂ ਐਡਵਾਂਟੇਜਸ ਅਤੇ ਡਿਸਐਡਵਾਂਟੇਜਸ SF6 ਸਰਕਟ ਬ੍ਰੇਕਰ ਦੇ। ਸਭ ਤੋਂ ਪਹਿਲਾਂ ਜੇ ਆਪਾਂ ਐਡਵਾਂਟੇਜਸ ਦੀ ਗੱਲ ਕਰੀਏ ਤਾਂ ਜਿਹੜਾ SF6 ਸਰਕਟ ਬ੍ਰੇਕਰ ਹੁੰਦਾ ਨਾ ਇਹਦੀ ਬਹੁਤ ਵਧੀਆ ਇੰਸੂਲੇਟਿੰਗ ਪ੍ਰੋਪਰਟੀਜ਼ ਵੀ ਹੁੰਦੀਆਂ,
ਫਿਜ਼ੀਕਲ ਪ੍ਰੋਪਰਟੀਜ਼ ਵੀ ਬਹੁਤ ਅੱਛੀਆਂ ਹੁੰਦੀਆਂ ਤੇ ਕੈਮੀਕਲ ਪ੍ਰੋਪਰਟੀਜ਼ ਵੀ ਜਿਹੜੀਆਂ ਹੁੰਦੀਆਂ ਬਹੁਤ ਅੱਛੀਆਂ ਹੁੰਦੀਆਂ, ਜਿਹਦੇ ਕਰਕੇ ਕੀ ਹੈ ਇਹ ਸਰਕਟ ਬ੍ਰੇਕਰ ਜਿਹੜਾ ਹੁੰਦਾ ਇਹ ਕਾਫੀ ਜਿਹੜਾ ਹੈ ਯੂਜ਼ ਕੀਤਾ ਜਾਂਦਾ। ਬਾਕੀ SF6 ਗੈਸ ਜਿਹੜੀ ਹੁੰਦੀ ਹੈ ਇਹਦੇ ਵਿੱਚ ਅੱਗ ਲੱਗਣ ਦਾ ਵੀ ਕੋਈ ਖਤਰਾ ਨਹੀਂ ਹੁੰਦਾ ਤੇ ਕੈਮੀਕਲੀ ਵੀ ਸਟੇਬਲ ਹੁੰਦੀ ਹੈ। ਸੋ ਇਸ ਕਰਕੇ ਉੱਥੇ ਫਾਇਰ ਦਾ ਜਾਂ ਅੱਗ ਲੱਗਣ ਦਾ ਕੋਈ ਵੀ ਖਤਰਾ ਨਹੀਂ ਰਹਿੰਦਾ, ਕਿਉਂਕਿ ਇਸ ਗੈਸ ਨੂੰ ਅੱਗ ਲੱਗ ਹੀ ਨਹੀਂ ਸਕਦੀ। ਤੇ ਥਰਮਲੀ ਵੀ ਇਹ ਕੀ ਆ ਕੈਮੀਕਲੀ ਵੀ ਕੀ ਆ 500 ਡਿਗਰੀ ਸੈਲਸੀਅਸ ਤੱਕ ਇਹ ਸਟੇਬਲ ਹੁੰਦੀ ਹੈ। ਬਾਕੀ ਜਿਹੜੇ SF6 ਸਰਕਟ ਬ੍ਰੇਕਰ ਹੁੰਦੇ ਆ ਇਹਨਾਂ ਨੂੰ ਮੇਨਟੇਨੈਂਸ ਦੀ ਲੋਡ ਜਿਹੜੀ ਹੁੰਦੀ ਆ ਬਹੁਤ ਘੱਟ ਪੈਂਦੀ ਹੈ ਐਜ਼ ਕੰਪੇਅਰ ਟੂ ਆਇਲ ਸਰਕਟ ਬ੍ਰੇਕਰ। ਨੈਕਸਟ ਫੋਰਥ ਪੁਆਇੰਟ, ਆਊਟਡੋਰ ਸਰਕਟ SF6 circuit breakers are simple and competitively cheaper in cost as compared to ABCB circuit breaker। ਸੋ ਜਿਹੜੇ ਆਊਟਡੋਰ ਯਾਨੀ ਕਿ ਬਾਹਰ ਆਪਾਂ SF6 ਸਰਕਟ ਬ੍ਰੇਕਰ ਲਾਉਂਦੇ ਆ ਉਹਨਾਂ ਦੀ ਜਿਹੜੀ ਕੰਸਟਰਕਸ਼ਨ ਹੁੰਦੀ ਆ ਬਹੁਤ ਸਿੰਪਲ ਹੁੰਦੀ ਆ, ਤੇ ਜੇ ਕਾਸਟ ਦੀ ਗੱਲ ਕਰੀਏ ਤਾਂ ਜਿਹੜੇ 에ਅਰ ਬਲਾਸਟ ਸਰਕਟ ਬ੍ਰੇਕਰ ਹੁੰਦੇ ਉਹਨਾਂ ਦੇ ਨਾਲ ਕਾਸਟ ਵੀ ਇਹਦੀ ਘੱਟ ਪੈਂਦੀ ਹੈ। ਫਿਫਥ ਪੁਆਇੰਟ, a very small quantity of SF6 is required since same gas is reused। ਸੋ ਜਿਹੜੀ SF6 ਗੈਸ ਆ ਇਹਦੀ ਕੋਸਟ ਤਾਂ ਦੇਖੋ ਜ਼ਿਆਦਾ ਹੁੰਦੀ ਆ, ਬਟ ਆਪਾਂ ਨੂੰ ਇੰਨੀ ਜ਼ਿਆਦਾ ਕੁਆਂਟੀਟੀ ਦੇ ਵਿੱਚ SF6 ਗੈਸ ਦੀ ਲੋੜ ਨਹੀਂ ਪੈਂਦੀ। ਕਿਉਂ ਨਹੀਂ ਲੋੜ ਪੈਂਦੀ? ਕਿਉਂਕਿ ਜਦੋਂ ਵੀ ਆਪਾਂ ਇਹ ਇੱਕ ਵਾਰ ਇਹਨੂੰ ਯੂਜ਼ ਕਰ ਲਿਆ ਗੈਸ ਨੂੰ, ਜਾਂ ਇੱਕ ਵਾਰ ਇਹਨੇ ਆਰਕ ਨੂੰ ਕੁਇੰਚ ਕਰਤਾ, ਤਾਂ ਵੀ ਇਹਦੀ ਜਿਹੜੀ ਡਾਇਲੈਕਟ੍ਰਿਕ ਸਟਰੈਂਥ ਹੁੰਦੀ ਹੈ ਨਾ ਉਹ ਨਹੀਂ ਚੇਂਜ ਹੁੰਦੀ। ਸੋ ਉਹ ਚੇਂਜ ਨਾ ਹੋਣ ਕਰਕੇ ਕੀ ਹੈ ਜਿਹੜੀ ਗੈਸ ਹੈ ਇਹਨੂੰ ਆਪਾਂ ਦੁਬਾਰਾ ਰੀਯੂਜ਼ ਵੀ ਕਰ ਸਕਦੇ ਹਾਂ, ਰੀਕੰਡੀਸ਼ਨ ਵੀ ਕਰ ਸਕਦੇ ਹਾਂ। Sixth point, due to small arcing time, no frequent replacement of contact is required। ਸੋ ਇਹ ਪੁਆਇੰਟ ਦੇ ਵਿੱਚ ਉਹ ਕੀ ਦੱਸ ਰਿਹਾ ਆ ਕਿ ਜਿਹੜਾ ਆਰਕਿੰਗ ਟਾਈਮ ਹੁੰਦਾ ਨਾ ਬਹੁਤ ਘੱਟ ਹੁੰਦਾ, ਮੀਨਸ ਕਿ ਜਿਹੜੀ ਆਰਕ ਪ੍ਰੋਡਿਊਸ ਹੁੰਦੀ ਆ ਉਹ ਬਹੁਤ ਘੱਟ ਟਾਈਮ ਵਾਸਤੇ ਪ੍ਰੋਡਿਊਸ ਹੁੰਦੀ। ਕਿਉਂ ਘੱਟ ਟਾਈਮ ਵਾਸਤੇ ਪ੍ਰੋਡਿਊਸ ਹੁੰਦੀ ਆ? ਬਿਕੋਜ਼ SF6 ਗੈਸ ਦੀ ਜਿਹੜੀ ਡਾਇਲੈਕਟ੍ਰਿਕ ਸਟਰੈਂਥ ਹੁੰਦੀ ਨਾ ਉਹ 2.5 ਗੁਣਾ ਵੱਧ ਹੁੰਦੀ 에ਅਰ ਦੇ ਨਾਲੋਂ, ਯਾਨੀ ਕਿ ਬਹੁਤ ਵਧੀਆ ਡਾਇਲੈਕਟ੍ਰਿਕ ਸਟਰੈਂਥ ਹੁੰਦੀ। ਸੋ ਆਰਕ ਜਿਹੜੀ ਆ ਪ੍ਰੋਡਿਊਸ ਵੀ ਹੁੰਦੀ ਹੈ ਤਾਂ ਬਹੁਤ ਘੱਟ ਟਾਈਮ ਵਾਸਤੇ ਪ੍ਰੋਡਿਊਸ ਹੁੰਦੀ ਹੈ, ਜਿਹਦੇ ਕਰਕੇ ਕੀ ਹੁੰਦਾ ਮੇਰੇ ਜਿਹੜੇ ਕੰਟੈਕਟ ਹੁੰਦੇ ਆ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਜਿਹੜਾ ਹੁੰਦਾ ਖਤਰਾ ਨਹੀਂ ਹੁੰਦਾ। ਇਸ ਕਰਕੇ ਇਹਨੂੰ ਕੀ ਹੈ ਈਜ਼ੀ ਜਿਹੜਾ ਆ ਜਾਂ ਬਾਰ-ਬਾਰ ਆਪਾਂ ਨੂੰ ਰੀਪਲੇਸ ਕਰਵਾਉਣ ਦੀ ਵੀ ਜ਼ਰੂਰਤ ਜਿਹੜੀ ਆ ਉਹ ਬਿਲਕੁਲ ਨਹੀਂ ਪੈਂਦੀ। ਜਿਹੜੇ ਇੱਕ ਕੰਟੈਕਟ ਆ ਉਹ ਜ਼ਿਆਦਾ ਆਪਰੇਸ਼ਨਸ ਜਿਹੜੇ ਆ ਪਰਫਾਰਮ ਕਰ ਸਕਦੇ। ਵੈਸੇ ਵੀ ਜਿਹੜੇ ਕੰਟੈਕਟ ਵੀ ਹੁੰਦੇ ਆ ਕਾਪਰ ਟੰਗਸਟਨ ਦੀ ਉਹਦੇ ਉੱਪਰ ਕੋਟਿੰਗ ਹੁੰਦੀ ਜਿਹਦੇ ਕਰਕੇ ਉਹ ਜਲਦੀ ਖਰਾਬ ਵੀ ਨਹੀਂ ਹੁੰਦੇ। 7th ਪੁਆਇੰਟ ਆ ਸਾਇਲੈਂਟ ਇਨ ਆਪਰੇਸ਼ਨ ਐਜ਼ ਕੰਪੇਅਰ ਟੂ ABCB। ਸੋ 에ਅਰ ਬਲਾਸਟ ਸਰਕਟ ਬ੍ਰੇਕਰ ਦੇ ਵਿੱਚ ਕੰਪੈਰੀਜ਼ਨ 'ਚ ਦੇਖਿਆ ਜਾਵੇ ਤਾਂ ਜਿਹੜਾ ਆਪਰੇਸ਼ਨ ਹੁੰਦਾ SF6 ਸਰਕਟ ਬ੍ਰੇਕਰ ਦਾ ਉਹ ਕੀ ਹੁੰਦਾ ਸਾਇਲੈਂਟ ਹੁੰਦਾ, ਇੰਨੀ ਆਵਾਜ਼ ਜਿਹੜੀ ਹੁੰਦੀ ਉਹਦੇ ਵਿੱਚ ਨਹੀਂ ਆਉਂਦੀ। In case of 8th point, in case of SF6 circuit breaker used in outdoor condition, it is totally sealed, so there is no risk of entering dust or moisture। ਯਾਨੀ ਕਿ ਜਿਹੜੀ ਦੀ ਕੰਸਟਰਕਸ਼ਨ ਕੀਤੀ ਹੁੰਦੀ ਹੈ SF6 ਸਰਕਟ ਬ੍ਰੇਕਰ ਦੀ ਉਹ ਟੋਟਲੀ ਸੀਲਡ ਕੰਸਟਰਕਸ਼ਨ ਹੁੰਦੀ ਹੈ। ਸੋ ਕਿਸੇ ਵੀ ਤਰ੍ਹਾਂ ਦੀ ਲੀਕੇਜ ਦੀ ਵੀ ਕੋਈ ਪ੍ਰੋਬਲਮ ਨਹੀਂ ਹੁੰਦੀ ਇੰਨੀ ਜ਼ਿਆਦਾ, ਤੇ ਜਿਹੜਾ ਆ ਡਸਟ ਜਾਂ ਮੋਇਸਚਰ ਵੀ ਅੰਦਰ ਆਉਣ ਦਾ ਕੋਈ ਰਿਸਕ ਨਹੀਂ ਹੁੰਦਾ। ਇਹ ਸਰਕਟ 9th ਪੁਆਇੰਟ, ਜਿਹੜਾ ਇਹ ਸਰਕਟ ਬ੍ਰੇਕਰ ਹੁੰਦਾ ਨਾ ਇਹਦੀ ਜਿਹੜੀ ਪਰਫਾਰਮੈਂਸ ਹੁੰਦੀ ਹੈ ਉਹਦਾ ਐਟਮੋਸਫੇਰਿਕ ਕੰਡੀਸ਼ਨ ਦੇ ਨਾਲ ਕੋਈ ਰਿਲੇਸ਼ਨ ਨਹੀਂ ਹੁੰਦਾ। ਯਾਨੀ ਕਿ ਐਟਮੋਸਫੇਅਰ ਚਾਹੇ ਤੁਹਾਡਾ ਮੋਇਸਚਰ ਜਾਂ ਟੈਂਪਰੇਚਰ ਜ਼ਿਆਦਾ ਜਾਂ ਘੱਟ ਆ, ਇਹਦੀ ਜਿਹੜਾ ਸਰਕਟ ਬ੍ਰੇਕਰ ਆ SF6 ਇਹਦੀ ਜਿਹੜੀ ਪਰਫਾਰਮੈਂਸ ਆ ਉੱਤੇ ਕੋਈ ਫਰਕ ਨਹੀਂ ਪਊਗਾ। Next, electrical clearance are very much reduced because of high dielectric strength of SF6। ਯਾਨੀ ਕਿ ਇਲੈਕਟ੍ਰੀਕਲ ਕਲੀਅਰੈਂਸ ਮੀਨਸ ਕਿ ਜਿਹੜੇ ਕੰਟੈਕਟ ਆ ਇਹ ਜ਼ਿਆਦਾ ਦੂਰ ਨਾ ਵੀ ਆਪਾਂ ਰੱਖੀਏ ਤਾਂ ਵੀ ਕੀ ਆ ਆਪਣਾ ਕੰਮ ਜਿਹੜਾ ਆ ਉਹ ਚੱਲ ਸਕਦਾ, ਕਿਉਂਕਿ SF6 ਗੈਸ ਜਿਹੜੀ ਆ ਇਹਦੀ ਡਾਇਲੈਕਟ੍ਰਿਕ ਸਟਰੈਂਥ ਜਿਹੜੀ ਹੁੰਦੀ ਆ ਉਹ ਅੱਛੀ ਹੁੰਦੀ ਆ। ਸੋ ਉਹਦੇ ਕਰਕੇ ਓਵਰਆਲ ਸਰਕਟ ਬ੍ਰੇਕਰ ਦਾ ਸਾਈਜ਼ ਵੀ ਜਿਹੜਾ ਮੇਰਾ ਘੱਟ ਜਾਂਦਾ। ਹੁਣ ਨੈਕਸਟ ਆਪਾਂ ਗੱਲ ਕਰਦੇ ਹਾਂ ਡਿਸਐਡਵਾਂਟੇਜਸ ਦੀ। ਸੋ ਸਭ ਤੋਂ ਪਹਿਲੀ ਡਿਸਐਡਵਾਂਟੇਜਸ ਕਾਫੀ ਪੁਆਇੰਟ ਦੇ ਵਿੱਚ ਆਪਾਂ ਡਿਸਕਸ ਕੀਤੀ ਵੀ ਸੀ, ਜਿੱਦਾਂ ਇਹ ਪੁਆਇੰਟ 5th ਪੁਆਇੰਟ 'ਚ ਵੀ ਆਪਾਂ ਡਿਸਕਸ ਕੀਤਾ ਸੀ ਕਿ ਇਹ SF6 ਗੈਸ ਜਿਹੜੀ ਹੁੰਦੀ ਨਾ ਇਹ ਕੋਸਟਲੀ ਹੁੰਦੀ ਹੈ, ਕਿਉਂਕਿ ਸਰਕਟ ਬ੍ਰੇਕਰ ਜਿਹੜਾ ਹੁੰਦਾ ਓਵਰਆਲ ਕੋਸਟਲੀ ਹੁੰਦਾ, ਕਿਉਂਕਿ SF6 ਗੈਸ ਦੀ ਕੋਸਟ ਜਿਹੜੀ ਹੁੰਦੀ ਹੈ ਉਹ ਜ਼ਿਆਦਾ ਹੁੰਦੀ ਹੈ। ਵੈਸੇ ਤਾਂ ਥੋੜ੍ਹੀ ਗੈਸ ਦੀ ਰਿਕੁਆਇਰਮੈਂਟ ਹੁੰਦੀ ਹੈ ਬਿਕੋਜ਼ ਰੀਯੂਜ਼ ਕਰਦੇ ਰਹਿੰਦੇ ਆਪਾਂ, ਬਟ ਫਿਰ ਵੀ ਇਨੀਸ਼ੀਅਲ ਸਟੇਜ ਦੇ ਉੱਪਰ ਕੀ ਆ ਆਪਾਂ ਨੂੰ ਇਹਦੀ ਜਿਹੜੀ ਕੋਸਟ ਹੁੰਦੀ ਉਹ ਜ਼ਿਆਦਾ ਪੈਂਦੀ ਡਿਊ ਟੂ SF6 ਗੈਸ। ਨੈਕਸਟ ਕੀ ਆ, ਹੁਣ ਆਪਾਂ ਨੂੰ ਪਤਾ ਹੈ ਕਿ ਆਪਾਂ ਜਿਹੜੀ ਉਹ ਗੈਸ ਆ ਉਹਨੂੰ ਰੀਯੂਜ਼ ਕਰ ਰਹੇ ਹਾਂ, ਠੀਕ ਹੈ, ਰੀਕੰਡੀਸ਼ਨ ਕਰ ਰਹੇ ਹਾਂ, ਰੀਯੂਜ਼ ਕਰ ਰਹੇ ਹਾਂ। ਸੋ ਉਹਨੂੰ ਰੀਯੂਜ਼ ਕਰਨ ਵਾਸਤੇ ਕੀ ਆ ਆਪਣੇ ਕੋਲ ਆਪਾਂ ਨੂੰ ਇੱਕ ਐਡੀਸ਼ਨਲ ਇਕੁਇਪਮੈਂਟ ਦੀ ਵੀ ਤਾਂ ਲੋੜ ਪੈਣੀ ਹੈ ਕਿ ਗੈਸ ਜਿਹੜੀ ਕੰਟੈਕਟ ਤੋਂ ਬਾਹਰ ਜਾ ਰਹੀ ਆ ਉਹਨੂੰ ਫਿਰ ਦੁਬਾਰਾ ਕੀ ਆ ਕੈਰੀ ਕਰਕੇ ਉਹਨੂੰ ਵਾਪਸ ਆਪਾਂ ਕੀ ਕਰਨਾ ਆ ਜਿਹੜਾ ਜਿੱਥੇ ਆਪਾਂ ਸਟੋਰ ਕਰਦੇ ਪਏ ਆ ਉਹਨੂੰ ਗੈਸ ਨੂੰ ਉੱਥੇ ਕੀ ਆ ਉਹਨੂੰ ਭੇਜਣਾ ਆ, ਸਟੋਰੇਜ ਦੇ ਵਿੱਚ ਆਪਾਂ ਉਹਨੂੰ ਭੇਜਣਾ। ਸੋ ਸਟੋਰੇਜ ਦੇ ਵਿੱਚ ਭੇਜਣ ਲਈ ਜਾਂ ਰੈਜ਼ਰਵਾਇਰ ਦੇ ਵਿੱਚ ਜਦੋਂ ਆਪਾਂ ਉਹਨੂੰ ਭੇਜਣਾ ਆ ਉਹਦੇ ਵਾਸਤੇ ਕੀ ਆ ਆਪਾਂ ਨੂੰ ਅਲੱਗ ਤੋਂ ਪਲਾਂਟ ਲਗਾਉਣਾ ਪੈਣਾ, ਇੱਕ ਜਾਂ ਐਡੀਸ਼ਨਲ ਇਕੁਇਪਮੈਂਟ ਜਿਹੜੇ ਆ ਉਹਦੀ ਰਿਕੁਆਇਰਮੈਂਟ ਆ ਤਾਂ ਕਿ ਮੈਂ ਜਿਹੜੀ ਆਪਣੀ ਗੈਸ ਆ ਉਹਨੂੰ ਦੁਬਾਰਾ ਯੂਜ਼ ਕਰ ਸਕਾਂ ਰੈਜ਼ਰਵਾਇਰ ਤੋਂ। ਸੋ ਉਹ ਓਵਰਆਲ ਕੀ ਆ ਉਹ ਵੀ ਜਿਹੜਾ ਆ ਮੇਰੀ ਕੋਸਟ ਨੂੰ ਇਨਕਰੀਜ਼ ਕਰਦਾ ਆ। ਸੋ ਐਡੀਸ਼ਨਲ ਇਕੁਇਪਮੈਂਟ ਆਗਾ, ਐਡੀਸ਼ਨਲ ਇਕੁਇਪਮੈਂਟ ਜਿਹੜਾ ਉਹਨੇ ਮੇਨਟੇਨੈਂਸ ਵੀ ਮੰਗਣੀ ਹੈ। ਸੋ ਜਿਹੜੇ ਡਿਸਐਡਵਾਂਟੇਜ ਆ ਓਵਰਆਲ ਡਿਸਐਡਵਾਂਟੇਜ ਦੀ ਮੈਂ ਗੱਲ ਕਰਾਂ ਤਾਂ ਇਹ ਜਿਹੜਾ ਸਰਕਟ ਬ੍ਰੇਕਰ ਆ ਇੱਕ ਤਾਂ ਇਹਦੀ ਕੋਸਟ ਵੱਧ ਹੁੰਦੀ ਹੈ,
ਤੇ ਸੈਕਿੰਡ ਕੀ ਆ, ਇਹਦੀ ਮੇਨਟੇਨੈਂਸ ਦੀ ਲੋੜ ਵੀ ਆਪਾਂ ਨੂੰ ਜ਼ਿਆਦਾ ਪੈਂਦੀ ਹੈ, ਕਿਉਂਕਿ ਇਹਦੇ ਵਿੱਚ ਵੀ ਜਿੱਦਾਂ ਆਪਾਂ ਨੂੰ 에ਅਰ ਬਲਾਸਟ ਸਰਕਟ ਬ੍ਰੇਕਰ 'ਚ ਕੰਪਰੈਸ਼ਰ ਦੀ ਲੋੜ ਪੈਂਦੀ ਸੀ, ਇਹਦੇ ਵਿੱਚ ਆਪਾਂ ਨੂੰ ਗੈਸ ਨੂੰ ਰੀਯੂਜ਼ ਕਰਨਾ ਜਿਹੜਾ ਉਹਦੇ ਵਾਸਤੇ ਐਡੀਸ਼ਨਲ ਇਕਵਿਪਮੈਂਟ ਜਿਹੜੇ ਆ ਉਹਨਾਂ ਦੀ ਰਿਕੁਆਇਰਮੈਂਟ ਹੁੰਦੀ ਹੈ। ਸੋ ਇਹ ਆ ਅੱਜ ਦਾ ਆਪਣਾ ਟੌਪਿਕ ਸੀਗਾ SF6 ਸਰਕਟ ਬ੍ਰੇਕਰ ਦਾ, ਜਿਹਦੇ ਵਿੱਚ ਆਪਾਂ SF6 ਗੈਸ ਜਿਹੜਾ ਸੀ ਇਹਦੀਆਂ ਪ੍ਰੋਪਰਟੀਜ਼ ਜਿਹੜੀਆਂ ਉਹ ਸਟੱਡੀ ਕੀਤੀਆਂ। ਪ੍ਰੋਪਰਟੀਜ਼ ਤੋਂ ਬਾਅਦ ਕੰਸਟਰਕਸ਼ਨ ਸਟੱਡੀ ਕੀਤੀ, ਵਰਕਿੰਗ ਸਟੱਡੀ ਕੀਤੀ ਤੇ ਐਡਵਾਂਟੇਜ ਐਂਡ ਡਿਸਐਡਵਾਂਟੇਜ। ਸੋ ਇਹ ਟੌਪਿਕ ਬਹੁਤ ਇੰਪੋਰਟੈਂਟ ਆ, ਐਗਜ਼ਾਮ ਦੇ ਵਿੱਚ ਹਰ ਵਾਰ ਕੁਐਸਚਨ ਜਿਹੜਾ ਇਹਦਾ ਰਿਪੀਟ ਹੁੰਦਾ ਹੀ ਹੁੰਦਾ ਹੈ, ਬਹੁਤ ਇੰਪੋਰਟੈਂਟ ਆ। ਵੈਸੇ ਵੀ ਤੁਹਾਨੂੰ ਇਹ ਜਿੰਨੇ ਵੀ ਸਰਕਟ ਬ੍ਰੇਕਰ ਨੇ ਇਹਦੀ ਨੌਲੇਜ ਤੁਹਾਨੂੰ ਜ਼ਰੂਰ ਹੋਣੀ ਚਾਹੀਦੀ ਆ ਹਰ ਸਰਕਟ ਬ੍ਰੇਕਰ ਦੀ, ਕਿ ਉਹ ਸਰਕਟ ਬ੍ਰੇਕਰ ਕਿੱਦਾਂ ਕੰਮ ਕਰਦਾ ਤੇ ਕੀ ਚੀਜ਼ਾਂ ਹੁੰਦੀਆਂ, ਕਿਉਂ ਉਹਨੂੰ ਆਪਾਂ ਪਹਿਲਾਂ ਯੂਜ਼ ਕਰਦੇ ਸੀ ਤੇ ਹੁਣ ਯੂਜ਼ ਨਹੀਂ ਕਰਦੇ। ਸੋ ਇਹ ਟੌਪਿਕ ਤੋਂ ਬਾਅਦ ਆਪਾਂ ਕੀ ਆ ਵੈਕਿਊਮ ਸਰਕਟ ਬ੍ਰੇਕਰ ਜਿਹੜਾ ਆ ਉਹਨੂੰ ਸਟੱਡੀ ਕਰਨਾ। ਵੈਕਿਊਮ ਸਰਕਟ ਬ੍ਰੇਕਰ ਵੀ ਅੱਜ ਕੱਲ੍ਹ ਦੇ ਟਾਈਮ 'ਤੇ ਸਭ ਤੋਂ ਜ਼ਿਆਦਾ ਜਿਹੜਾ ਸਰਕਟ ਬ੍ਰੇਕਰ ਯੂਜ਼ ਹੁੰਦਾ ਹੈ ਨਾ, ਸਪੈਸ਼ਲੀ ਆਪਣੇ PSPCL ਦੇ ਵਿੱਚ ਜਾਂ PSTCL ਦੇ ਵਿੱਚ। ਸੋ ਪੰਜਾਬ ਦੇ ਵਿੱਚ ਆਪਣੇ ਜਿਹੜੇ ਸਬ ਸਟੇਸ਼ਨ ਆ ਮੋਸਟਲੀ ਉਹਨਾਂ ਦੇ ਉੱਪਰ ਕੀ ਆ ਆਪਾਂ ਵੈਕਿਊਮ ਸਰਕਟ ਬ੍ਰੇਕਰ ਹੀ ਯੂਜ਼ ਕਰਦੇ ਹਾਂ। ਸੋ ਉਹ ਵੀ ਬਹੁਤ ਇੰਪੋਰਟੈਂਟ ਤੇ ਬੜਾ ਇੰਟਰਸਟਿੰਗ ਟੌਪਿਕ ਆ, ਉਹਨੂੰ ਆਪਾਂ ਨੈਕਸਟ ਟਾਈਮ ਜਿਹੜਾ ਆ ਸਟੱਡੀ ਕਰਾਂਗੇ। ਵੈਕਿਊਮ ਸਰਕਟ ਬ੍ਰੇਕਰ ਨਾਮ ਉਹਦਾ ਯਾਦ ਰੱਖਿਓ। ਵੈਕਿਊਮ ਤੋਂ ਤੁਹਾਨੂੰ ਥੋੜ੍ਹਾ ਆਈਡੀਆ ਹੋ ਗਿਆ ਹੋਣਾ ਵੀ ਉਹ ਸਰਕਟ ਬ੍ਰੇਕਰ 'ਚ ਆਪਾਂ ਕੀ ਕਰਦੇ ਹੋਵਾਂਗੇ। ਸੋ ਇਹਦੇ ਤੁਸੀਂ ਨੋਟਸ ਵਗੈਰਾ ਬਣਾ ਲਿਓ, ਕੋਈ ਵੀ ਕੁਐਸਚਨ ਜਾਂ ਡਾਊਟ ਹੋਇਆ ਤਾਂ ਮੈਨੂੰ ਮੈਸੇਜ ਜ਼ਰੂਰ ਕਰਿਓ। ਓਕੇ, ਥੈਂਕ ਯੂ।